हाँ बेटा, स्वागत है ਤੁਹਾਡਾ ਅੱਜ ਦੀ ਮੈਥ ਦੀ ਆਨਲਾਈਨ ਜ਼ੂਮ ਕਲਾਸ ਦੇ ਵਿੱਚ। ਅੱਜ ਅਸੀਂ ਕਰਾਂਗੇ ਬੇਟਾ ਸ਼ੀਟ ਨੰਬਰ 19। ਇੱਕ ਬੇਟਾ ਤੁਹਾਨੂੰ ਹੋਰ ਗੱਲ ਦੱਸ ਦਈਏ ਕਿ ਡੇਟ ਸ਼ੀਟ ਜਾਰੀ ਹੋ ਚੁੱਕੀ ਹੈ। ਦੇਖੀ ਤੁਸੀਂ ਡੇਟ ਸ਼ੀਟ? हाँ जी। ਹਾਂ, 19 ਤਰੀਕ ਤੋਂ 5 ਜੁਲਾਈ ਤੋਂ ਪੇਪਰ ਸਟਾਰਟ ਨੇ। ਜੋ ਅਸੀਂ ਇਹ ਸ਼ੀਟਾਂ ਕਰ ਰਹੇ ਹਾਂ ਬੇਟਾ, ਰੈਜੀਲੈਂਸ ਸ਼ੀਟਸ ਕਰ ਰਹੇ ਹਾਂ। ਅਸੀਂ ਇੱਕ ਨੰਬਰ ਵਰਕਸ਼ੀਟ ਤੋਂ ਸ਼ੁਰੂ ਕੀਤੀਆਂ ਹੈ ਅਤੇ ਹੁਣ ਅਸੀਂ 19 ਨੰਬਰ ਵਰਕਸ਼ੀਟ 'ਤੇ ਆ ਗਏ ਹਾਂ। ਇਹ ਸਾਰੀਆਂ ਸ਼ੀਟਾਂ ਦੇ ਵਿੱਚੋਂ ਪੇਪਰ ਆਊਗਾ ਤੁਹਾਨੂੰ, ਅਤੇ ਔਨਲਾਈਨ ਪੇਪਰ ਹੋਊਗਾ ਉਸੇ ਤਰੀਕੇ ਨਾਲ। ਅਤੇ ਚਾਰ ਆਪਸ਼ਨਾਂ ਹੋਣਗੀਆਂ, ਇੱਕ ਆਪਸ਼ਨ ਨੂੰ ਤੁਸੀਂ ਕਲਿੱਕ ਕਰਨਾ ਹੋਊਗਾ। 5 ਜੁਲਾਈ ਤੋਂ ਪੇਪਰ ਸਟਾਰਟ ਨੇ। ਅਤੇ ਹੁਣ ਅਸੀਂ ਡੇਟ ਸ਼ੀਟ ਵੀ ਦੇਖ ਲੈਂਦੇ ਹਾਂ, ਅਤੇ ਨਾਲ ਆਪਾਂ ਆਪਣੀ ਜਿਹੜੀ ਹੈ ਵਰਕਸ਼ੀਟ ਨੰਬਰ 19 ਨੰਬਰ ਵਰਕਸ਼ੀਟ ਦੇ ਵਿੱਚ ਕਾਫੀ ਜ਼ਿਆਦਾ ਸਵਾਲ ਨੇ, ਅਤੇ ਅਸੀਂ ਹਰ ਰੋਜ਼ 6 ਸਵਾਲ ਕਰਿਆ ਕਰਾਂਗੇ। ਜਿਸ ਦਿਨ ਸਾਡੀ ਕਲਾਸ ਲੱਗਦੀ ਇੱਕ ਦਿਨ ਛੱਡ ਕੇ 6 ਸਵਾਲ ਕਰਿਆ ਕਰਾਂਗੇ। 3 ਤੁਸੀਂ ਕਰ ਲਿਆ ਕਰੋਗੇ ਅਤੇ 3 ਮੈਂ ਤੁਹਾਨੂੰ ਕਰਾ ਦਿਆ ਕਰੂੰਗਾ ਬੇਟਾ। ਤੇ ਬੇਟਾ ਆਪਾਂ ਡੇਟ ਸ਼ੀਟ ਦੇਖਦੇ ਹਾਂ। ਇਹ ਡੇਟ ਸ਼ੀਟ ਬੇਟਾ ਆਈ ਹੈ, ਨਜ਼ਰ ਆ ਰਹੀ ਹੈ ਸਾਰਿਆਂ ਨੂੰ? हाँ जी। ਹਾਂ, ਇਹ ਬੇਟਾ ਡੇਟ ਸ਼ੀਟ ਦੇਖੋ ਆਪਣੀ 10ਵੀਂ ਕਲਾਸ ਵਾਸਤੇ। ਪਹਿਲਾ ਪੇਪਰ 5 ਜੁਲਾਈ ਨੂੰ ਸਾਇੰਸ ਦਾ, 6 ਜੁਲਾਈ ਨੂੰ ਅੰਗਰੇਜ਼ੀ ਦਾ, 7 ਜੁਲਾਈ ਨੂੰ ਹਿੰਦੀ, 8 ਜੁਲਾਈ ਸਵਾਗਤ ਜ਼ਿੰਦਗੀ, 9 ਜੁਲਾਈ ਪੰਜਾਬੀ ਅਤੇ 12 ਜੁਲਾਈ ਮੈਥ ਹੈ। ਤਾਂ 9, 10 ਅਤੇ 11 ਦੀ ਛੁੱਟੀ ਆ ਜੂਗੀ ਵਿੱਚ ਤੁਹਾਨੂੰ। ਅੱਛਾ, ਇਹਨਾਂ ਪੇਪਰਾਂ ਦੌਰਾਨ ਬੇਟਾ ਕੋਈ ਜ਼ੂਮ ਕਲਾਸ ਤੁਹਾਡੀ ਨਹੀਂ ਲੱਗੂਗੀ, ਨਾ ਹੀ ਕੋਈ ਵਰਕਸ਼ੀਟ ਭੇਜੀ ਜਾਊਗੀ। ਤੁਸੀਂ ਪੇਪਰਾਂ ਦੀ ਤਿਆਰੀ ਕਰੋਗੇ ਸਿਰਫ, ਅਤੇ ਇਹਨਾਂ ਦੇ ਬੇਟਾ 50% ਨੰਬਰ ਪੱਕੇ ਪੇਪਰਾਂ 'ਚ ਲੱਗਣਗੇ। ਜਿੰਨੇ ਪੱਕੇ ਪੇਪਰਾਂ ਦੇ ਵਿੱਚ ਇਹਨਾਂ ਨੰਬਰਾਂ ਦਾ 50% ਹਿੱਸਾ ਲੱਗੇਗਾ। ਆ ਦੇਖੋ ਇੱਥੇ ਲਿਖਿਆ ਹੋਇਆ ਹੈ। ਹਾਂਜੀ, ਆ ਦੇਖੋ, ਇਸ ਪ੍ਰਸ਼ਨ ਪੱਤਰ ਦੇ ਕੁੱਲ ਅੰਕ ਸਾਲਾਨਾ ਪੇਪਰ ਦੇ ਕੁੱਲ ਅੰਕਾਂ ਦਾ 50% ਹੋਣਗੇ। ਤਾਂ ਕੁੱਲ ਅੰਕ ਦਾ 50% ਨੰਬਰ ਤੁਹਾਡੇ ਪੱਕੇ ਪੇਪਰਾਂ ਦੇ ਵਿੱਚ ਲੱਗਣਗੇ। 6ਵੀਂ ਤੋਂ 10ਵੀਂ ਜਮਾਤ ਦਾ ਪੇਪਰ ਆਨਲਾਈਨ ਹੋਵੇਗਾ। ਸਾਰੇ ਪੇਪਰ ਇਹ ਆਨਲਾਈਨ ਹੋਣੇ ਨੇ। ਅਤੇ ਜਿਹੜਾ ਸਿਲੇਬਸ ਹੈ ਇਹਦਾ ਉਹ ਕਿਹੜਾ ਹੋਊਗਾ? ਅਪ੍ਰੈਲ ਅਤੇ ਮਈ ਵਾਲਾ। ਅਤੇ ਇਹਨਾਂ ਸ਼ੀਟਾਂ ਦੇ ਵਿੱਚ ਅਸੀਂ ਅਪ੍ਰੈਲ ਮਈ ਦਾ ਸਿਲੇਬਸ ਹੀ ਕਰ ਰਹੇ ਹੈਗੇ। ਤਾਂ ਹੁਣ ਬੇਟਾ ਆਪਾਂ ਆਪਣੀ ਅੱਜ ਦੀ ਵਰਕਸ਼ੀਟ ਖੋਲ੍ਹਦੇ ਹਾਂ। ਹਾਂਜੀ, ਤਾਂ ਬੇਟਾ ਇਹ ਅਸੀਂ ਕਰ ਲਈ ਸੀਗੇ ਕੁਝ ਸਵਾਲ। ਤਾਂ ਸਾਡੇ ਕੋਲ ਅੱਜ ਆਏਗਾ ਸਵਾਲ ਸ਼ੀਟ ਨੰਬਰ ਸਾਡੇ ਕੋਲ 64 ਤੱਕ ਕਰ ਲਿਆ ਸੀ ਆਪਾਂ। हाँ जी। ਹਾਂ, 65 ਤੋਂ ਸ਼ੁਰੂ ਕਰਦੇ ਹਾਂ ਅਸੀਂ। ਚੈੱਕ ਦਾ ਗਿਵਨ ਇਕੁਏਸ਼ਨਸ ਹੈਵ ਆਈਦਰ। ਹੁਣ ਇਹ ਰਿਵੀਜ਼ਨ ਚੱਲ ਰਹੀ ਹੈ ਬੇਟਾ, ਉਹੀ ਸਵਾਲ ਆਉਣਗੇ, ਰਕਮਾਂ ਬਦਲੀਆਂ ਹੋਣਗੀਆਂ, ਪੁਰਾਣੇ ਸਵਾਲ ਹੀ ਹੋਣਗੇ। 5 ਜੁਲਾਈ ਤੱਕ ਸਾਡੀ ਰਿਵੀਜ਼ਨ ਹੋ ਜਾਣੀ ਹੈ। ਸਾਰੀਆਂ ਤੁਸੀਂ ਅਸਾਈਨਮੈਂਟਸ ਦੁਬਾਰਾ ਰਿਵੀਜ਼ਨ ਕਰ ਲਿਓ। ਜੇ ਕੋਈ ਨਹੀਂ ਸਮਝ ਆਉਂਦੀ ਤਾਂ ਵੀਡੀਓ ਆਪਣੀ 10ਵੀਂ ਬੀ ਦੇ ਗਰੁੱਪ ਵਿੱਚੋਂ ਦੇਖ ਲਿਓ, ਜਾਂ ਤੁਸੀਂ ਸਿੱਧਾ ਵੀ ਚੈਨਲ 'ਤੇ ਜਾ ਸਕਦੇ ਹੋ ਬੇਟਾ। YouTube 'ਤੇ ਜਾ ਕੇ ਉੱਥੇ ਟਾਈਪ ਕਰਨਾ ਹੈ ਦੀਪਕ ਕਾਂਸਲਜ਼ ਮੈਥ ਅਕੈਡਮੀ, ਤਾਂ ਉੱਥੋਂ ਤੁਹਾਨੂੰ ਸਾਰੀਆਂ ਵੀਡੀਓਜ਼ ਇਕੱਠੀਆਂ ਮਿਲ ਜਾਣਗੀਆਂ, ਸਾਰੀਆਂ ਵਰਕਸ਼ੀਟਾਂ ਦੀਆਂ। ਤਾਂ ਬੇਟਾ ਅੱਜ ਦਾ ਸਵਾਲ ਹੈ 65 ਨੰਬਰ ਡੇ ਦਾ ਪਹਿਲਾ ਸਵਾਲ। ਚੈੱਕ ਦਾ ਗਿਵਨ ਇਕੁਏਸ਼ਨਸ ਹੈਵ ਆਈਦਰ ਯੂਨੀਕ ਸੋਲਿਊਸ਼ਨ ਔਰ ਇਨਫਾਈਨਾਈਟ ਸੋਲਿਊਸ਼ਨ ਔਰ ਨੋ ਸੋਲਿਊਸ਼ਨ। ਦਿੱਤੀਆਂ ਸਮੀਕਰਨਾਂ ਵਿੱਚ ਜਾਂਚ ਕਰੋ ਕਿ ਸਮੀਕਰਨਾਂ ਦਾ ਵਿਲੱਖਣ ਹੱਲ ਹੈ ਜਾਂ ਅਨੇਕਾਂ ਹੱਲ ਹਨ ਜਾਂ ਕੋਈ ਹੱਲ ਨਹੀਂ ਹੈ। ਫਾਰਮੂਲਾ ਯਾਦ ਆ ਬੇਟਾ ਤੁਹਾਡੇ? ਅਸੀਂ ਇਹਦੇ ਵਿੱਚ A1/A2 ਪਤਾ ਕਰਾਂਗੇ, B1/B2 ਅਤੇ C1/C2। ਜੇਕਰ A1/A2 ਅਤੇ B1/B2 ਬਰਾਬਰ ਨਹੀਂ ਤਾਂ ਇੱਕ ਹੱਲ ਹੋਏਗਾ, ਯੂਨੀਕ ਸੋਲਿਊਸ਼ਨ ਹੋਏਗਾ। ਜੇਕਰ A1/A2 ਅਤੇ B1/B2 ਬਰਾਬਰ ਹੈ ਪਰ C1/C2 ਬਰਾਬਰ ਨਹੀਂ ਤਾਂ ਨੋ ਸੋਲਿਊਸ਼ਨ ਹੋਏਗਾ। ਤਾਂ ਇਸ ਸਥਿਤੀ ਵਿੱਚ ਨੋ ਸੋਲਿਊਸ਼ਨ, ਕੋਈ ਵੀ ਹੱਲ ਨਹੀਂ ਹੋਏਗਾ। ਜੇਕਰ A1/A2 B1/B2 ਅਤੇ C1/C2 ਇਹ ਸਾਰੇ ਤਿੰਨੋਂ ਆਪਸ ਦੇ ਵਿੱਚ ਅਨੁਪਾਤ ਬਰਾਬਰ ਹੋਣਗੇ ਤਾਂ ਅਨੇਕਾਂ ਸੋਲਿਊਸ਼ਨ ਹੋਣਗੇ, ਅਨੇਕਾਂ ਹੱਲ ਹੋਣਗੇ। ਅਤੇ ਇੱਥੇ ਸਾਡੇ ਕੋਲ ਇਨਫਾਈਨਾਈਟ ਨੰਬਰ ਆਫ ਸੋਲਿਊਸ਼ਨਸ ਬਣ ਜਾਊ ਇੰਗਲਿਸ਼ ਦੇ ਵਿੱਚ। ਇਸ ਤਰੀਕੇ ਨਾਲ ਆਪਾਂ ਇਹਨੂੰ ਹੱਲ ਕਰਾਂਗੇ। ਤਾਂ ਆਪਾਂ ਪਹਿਲਾ ਸਵਾਲ ਦੇਖਦੇ ਹਾਂ ਬੇਟਾ। ਹਾਂਜੀ, ਪਹਿਲਾ ਸਵਾਲ ਦੇਖੋ ਬੇਟਾ, ਸਾਡੇ ਕੋਲ ਰਕਮ ਹੈ 5x - 3y ਬਰਾਬਰ 18, 2x + 6y ਬਰਾਬਰ 19। ਕੰਪੇਅਰਿੰਗ 1 ਵਿਦ। ਇੱਕ ਦੀ ਤੁਲਨਾ ਹੇਠਾਂ ਦਰਸਾਏ ਨਾਲ ਕਰਨ 'ਤੇ। ਇਹ ਪੰਜਾਬੀ ਵਾਲੇ ਲਿਖ ਲੈਣਗੇ। A1x + B1y ਬਰਾਬਰ C1, A2x
प्लस B2 बाई बराबर C2। ਇਹਦੇ ਨਾਲ ਅਸੀਂ ਤੁਲਨਾ ਕੀਤੀ ਤਾਂ A1 ਕਿੰਨਾ ਆ ਗਿਆ 5, ਇਹ ਵਾਲਾ 5 A1 ਬਣ ਗਿਆ, -3 ਆ ਗਿਆ B1, C1 ਆ ਗਿਆ 18 ਇਹ ਵਾਲਾ, A2 ਸਾਡੇ ਕੋਲੇ ਦੂਸਰੀ ਸਮੀਕਰਨ ਤੋਂ 2, B2 6 ਤੇ C2 19। ਹੁਣ ਅਸੀਂ ਦੇਖਿਆ ਬੇਟਾ A1 ਵਟਾ A2 ਆ ਦੇਖੋ 5 ਵਟਾ 2 ਆ ਗਿਆ, B1 ਵਟਾ B2 -3 ਵਟਾ 6 ਇਹ ਆਪਸ ਦੇ ਵਿੱਚ ਕੈਂਸਲ ਹੋਣਗੇ, 3 ਏਕਮ 3 3 ਦੂਣੀ 6 ਇਹ ਬਣ ਗਿਆ -1 ਵਟਾ 2। ਤੇ ਇਸ ਤੋਂ ਬਾਅਦ C1 ਵਟਾ C2 ਹੈ ਇਹ ਬਣ ਗਿਆ 18 ਵਟੇ 19। ਤਾਂ ਸਾਡੇ ਕੋਲ ਦੇਖੋ ਬੇਟਾ 5 ਵਟਾ 2 ਤੇ 1 ਵਟਾ 2 ਬਰਾਬਰ ਹੈ ਨਹੀਂਗੇ, ਇਸ ਕਰਕੇ A1 ਵਟਾ A2 ਤੇ B1 ਵਟਾ B2 ਵੀ ਆਪਸ ਵਿੱਚ ਬਰਾਬਰ ਨਹੀਂ ਹੈਗੇ ਨੇ। ਤਾਂ ਸਮੀਕਰਨਾਂ ਦਾ ਪਹਿਲੇ ਬੇਟਾ ਦੇਖੋ A1 ਵਟਾ A2 ਤੇ B1 ਵਟਾ B2 ਬਰਾਬਰ ਨਹੀਂ ਹੈ, ਇਹਦਾ ਕੀ ਮਤਲਬ ਹੈ ਸਮੀਕਰਨਾਂ ਦਾ ਇੱਕ ਵਿਲੱਖਣ ਹੱਲ ਹੈ। ਸੋ ਇਕੁਏਸ਼ਨਸ ਹੈਵ ਯੂਨੀਕ ਸੋਲੂਸ਼ਨ। ਸਮਝ ਲੱਗ ਗਿਆ ਬੇਟਾ ਪਹਿਲਾ ਸਵਾਲ? हाँ जी। ਹਾਂ ਇਹ ਸੀਗਾ ਸਾਡਾ ਬੇਟਾ ਪਹਿਲਾ ਸਵਾਲ। ਇਹ ਪਹਿਲੇ ਸਵਾਲ ਦੇ ਵਿੱਚ ਹੀ 2 ਸਵਾਲ ਦਿੱਤੇ ਹੋਏ ਹੈ, ਇਹਦਾ ਹੀ ਸੈਕਿੰਡ ਪਾਰਟ ਸਾਡੇ ਕੋਲੇ ਦਿੱਤਾ ਹੋਇਆ ਹੈ 2x + 5y ਬਰਾਬਰ 8, 6x + 15y ਬਰਾਬਰ 2। ਹੁਣ ਆਪਾਂ ਇਹਨੂੰ ਪੰਜਾਬੀ 'ਚ ਲਿਖਿਆ ਹੈ, ਇੱਕ ਦੀ ਤੁਲਨਾ A1x + B1y ਬਰਾਬਰ C1, A2x + B2y ਬਰਾਬਰ C2 ਨਾਲ ਕਰਨ ਤੇ ਤਾਂ A1 ਕਿੰਨਾ ਆ ਜਾਏਗਾ ਦੱਸੋ? 2 जी। 2, B1 5 जी। 5, C1 8 जी। 8, A2 6 जी। 6, B2 15 जी। ਤੇ C2 2 2। ਠੀਕ ਹੈ ਬਈ, ਇਹ ਸਾਰੀਆਂ ਵੈਲਿਊਜ਼ ਅਸੀਂ ਇਸ ਤਰੀਕੇ ਨਾਲ ਪਤਾ ਕਰ ਲਈਆਂ। A1 2, B1 5, C1 8, A2 6, B2 15, C2 2। ਤਾਂ ਇੱਥੋਂ ਅਸੀਂ ਬੇਟਾ ਅਨੁਪਾਤ ਪਤਾ ਕਰਾਂਗੇ। A1 ਵਟਾ A2 ਆ ਗਿਆ 2 ਵਟਾ 6, ਇਹ ਆਪਸ ਦੇ ਵਿੱਚ ਕੈਂਸਲ ਹੋ ਗਏ, 2 ਏਕਮ 2 3 ਦੂਣਾ 6 1 ਵਟਾ 3 ਬਣ ਗਿਆ। ਫਿਰ B1 ਵਟਾ B2 5 ਵਟੇ 15 ਹੋ ਗਿਆ, 5 ਏਕਮ 5 5 ਤੀਏ 15 1 ਵਟਾ 3 ਬਣ ਗਿਆ। ਇਹ ਵੀ C1 ਵਟਾ C2 ਇਹ ਬਣ ਜਾਊਗਾ 8 ਵਟੇ 2 2 ਏਕਮ 2 4 ਦੂਣੀ 8 ਇਹ 4 ਵਟਾ 1 ਬਣ ਗਿਆ। ਹੁਣ ਤੁਸੀਂ ਦੇਖੋ 1 ਵਟਾ 3 ਤੇ 1 ਵਟਾ 3 ਦਾ ਬਰਾਬਰ ਹੈ, ਪਰ 4 ਵਟਾ 1 ਇਹਨਾਂ ਦੇ ਬਰਾਬਰ ਨਹੀਂ ਹੈ, ਕਿਉਂਕਿ ਬਿਕੋਜ਼ ਨੂੰ ਪੰਜਾਬੀ 'ਚ ਲਿਖ ਲਓਗੇ, ਕਿਉਂਕਿ 1 ਵਟਾ 3 ਬਰਾਬਰ 1 ਵਟਾ 3 ਬਰਾਬਰ ਨਹੀਂ 4 ਵਟਾ 1। ਸੋ ਇਸ ਲਈ A1 ਵਟਾ A2 ਬਰਾਬਰ B1 ਵਟਾ B2 ਬਰਾਬਰ ਨਹੀਂ C1 ਵਟਾ C2। ਤਾਂ ਇਸ ਸਥਿਤੀ ਵਿੱਚ ਕਿਹੜੀ ਸ਼ਰਤ ਬਣ ਗਈ ਇਹ? ਸੋ ਸਮੀਕਰਨਾਂ ਦਾ ਕੋਈ ਹੱਲ ਨਹੀਂ ਹੈ। ਸੋ ਇਕੁਏਸ਼ਨਸ ਹੈਵ ਨੋ ਸੋਲੂਸ਼ਨ। ਇਹ ਸਮਝ ਲੱਗ ਗਿਆ ਬੇਟਾ 2 ਨੰਬਰ ਪਾਰਟ? ਤਾਂ ਇਹਦੇ ਨਾਲ ਬੇਟਾ ਹਾਂ ਇਹ ਦੇਖੋ ਤੁਹਾਡਾ ਆ ਦੋਨੇ ਸਵਾਲ ਅਸੀਂ ਕਰ ਲਏ ਨੇ 65 ਨੰਬਰ ਡੇ ਦੇ ਇਹ ਪਾਰਟ ਦੇ ਦੋਨੋਂ ਸਵਾਲ ਅਸੀਂ ਦੇਖ ਲਏ ਨੇ ਕਿਵੇਂ ਕਰਨੇ ਹੈ। ਇਸ ਤੋਂ ਬਾਅਦ ਬੇਟਾ ਆ ਤੁਸੀਂ ਆਪਣੇ ਆਪ ਕਰਿਓ, ਚੈੱਕ ਦਾ ਗਿਵਨ ਇਕੁਏਸ਼ਨਸ ਹੈਵ ਆਈਦਰ ਯੂਨੀਕ ਸੋਲੂਸ਼ਨ ਔਰ ਇਨਫਾਈਨਾਈਟ ਸੋਲੂਸ਼ਨ ਔਰ ਨੋ ਸੋਲੂਸ਼ਨ। ਤਾਂ ਇਹਦੇ ਵਿੱਚ ਸਾਡੇ ਕੋਲੇ 2 ਸਵਾਲ ਦਿੱਤੇ ਹੋਏ ਨੇ, ਇਸੇ ਤਰੀਕੇ ਨਾਲ A1 B1 C1 A2 B2 C2 ਇਹ ਸਾਰੇ ਫਾਈਂਡ ਕਰਕੇ ਫਿਰ ਇਹਨਾਂ ਦੀਆਂ ਭਾਗਾਂ ਪਤਾ ਕਰਕੇ ਤਾਂ ਉੱਥੋਂ ਤੁਹਾਡੇ ਕੋਈ ਨਾ ਕੋਈ ਸ਼ਰਤ ਬਣ ਜਾਣੀ ਹੈ। ਤਾਂ ਉੱਥੋਂ ਤੁਹਾਨੂੰ ਪਤਾ ਲੱਗੇਗਾ ਕਿ ਸਮੀਕਰਨਾਂ ਦਾ ਵਿਲੱਖਣ ਹੱਲ ਹੈ ਕਿ ਅਨੇਕਾਂ ਹੱਲ ਹੈ ਜਾਂ ਕੋਈ ਹੱਲ ਨਹੀਂ ਹੈ। ਕਰ ਲਓਗੇ ਆਪਣੇ ਆਪ? हाँ जी। ਠੀਕ ਹੈ ਬੇਟਾ। ਡੇ 66 ਬੇਟਾ ਅਸੀਂ 3 ਦਿਨਾਂ ਦਾ ਕੰਮ ਡਿਸਕਸ ਕਰਾਂਗੇ। ਇੱਕ ਡੇ 65, ਡੇ 66 ਤੇ ਡੇ 67। ਤਾਂ ਡੇ 66 ਬੇਟਾ ਬਹੁਤ ਹੁੰਦੇ ਨੇ ਜੇ ਅਸੀਂ 6 ਜਾਂ 7 ਸਵਾਲ ਹਰ ਰੋਜ਼ ਕਰ ਰਹੇ ਹਾਂ, ਜੇ ਛੋਟੇ ਹੁੰਦੇ ਤਾਂ ਆਪਾਂ ਜ਼ਿਆਦਾ ਵੀ ਕਰ ਲੈਂਦੇ ਹੁੰਦੇ ਹਾਂ। ਵਿਦਾਊਟ ਪਲਾਟਿੰਗ ਗ੍ਰਾਫ ਚੈੱਕ ਵੈਦਰ ਦਾ ਗ੍ਰਾਫ ਫॉर the given pair of linear equations will be intersecting और पैरेलल और कोइंसिडेंट। बिना ग्राफ बनाए दसो कि ਦਿੱਤੀਆਂ ਰੇਖੀ ਸਮੀਕਰਨਾਂ ਦੇ ਗ੍ਰਾਫ ਆਪਸ ਵਿੱਚ ਘਟਦੇ ਹਨ ਜਾਂ ਸਮਾਂਤਰ ਹਨ ਜਾਂ ਸੰਪਾਤੀ ਹਨ। ਇੱਥੇ ਵੀ ਸਾਡੇ ਕੋਲੇ 2 ਸਵਾਲ ਹੈ ਤਾਂ ਅਸੀਂ ਦੋਨੇ ਹੀ ਕਰਾਂਗੇ। ਉਵੇਂ ਹੀ ਬੇਟਾ ਪਤਾ ਕਰਾਂਗੇ ਇਹਨੂੰ ਵੀ A1 B1 C1 ਪਤਾ ਕਰਾਂਗੇ, ਫਿਰ A2 B2 C2 ਪਤਾ ਕਰਾਂਗੇ, ਤਾਂ ਫਿਰ ਅਸੀਂ A1 ਵਟਾ A2 B1 ਵਟਾ B2 C1 ਵਟਾ C2 ਪਤਾ ਕਰਾਂਗੇ। ਤੇ ਇਸ ਤੋਂ ਬਾਅਦ ਬੇਟਾ
ਅਸੀਂ ਦੇਖਾਂਗੇ ਕਿ ਉਹ ਕਿਸ ਤਰੀਕੇ ਦੇ ਨਾਲ ਸਾਡੇ ਕੋਲੇ ਆ ਰਹੀਆਂ ਨੇ, ਵੈਲਿਊਜ਼ ਕਿਸ ਤਰੀਕੇ ਨਾਲ ਆਈਆਂ ਨੇ, ਫਿਰ ਸਾਨੂੰ ਪਤਾ ਲੱਗ ਜਾਏਗਾ। ਜੇਕਰ ਬੇਟਾ A1 ਵਟਾ A2 ਤੇ B1 ਵਟਾ B2 ਬਰਾਬਰ ਹੈ ਨਹੀਂ ਗੇ ਤਾਂ ਫਿਰ ਕੀ ਹੋਏਗਾ, ਫਿਰ ਰੇਖਾਵਾਂ ਆਪਸ ਦੇ ਵਿੱਚ ਕੱਟਣਗੀਆਂ। ਤਾਂ ਇਕੁਏਸ਼ਨਸ ਵਿਲ ਵੀ ਲੀਨੀਅਰ ਇਕੁਏਸ਼ਨਸ ਦੀਆਂ ਜਿਹੜੇ ਗ੍ਰਾਫ ਹੋਣਗੇ ਉਹ ਇੰਟਰਸੈਕਟਿੰਗ ਹੋਣਗੇ। ਜੇਕਰ A1 ਵਟਾ A2 ਬਰਾਬਰ B1 ਵਟਾ B2 ਹੋਏਗਾ ਤੇ C1 ਵਟਾ C2 ਬਰਾਬਰ ਨਹੀਂ ਹੋਏਗਾ ਤਾਂ ਲਾਈਨਸ ਜਿਹੜੀਆਂ ਹੈਗੀਆਂ ਨੇ ਉਹ ਪੈਰਲਲ ਹੋਣਗੀਆਂ। ਤੇ ਜੇਕਰ ਤਿੰਨੋਂ ਬਰਾਬਰ ਹੋਣਗੇ A1 ਵਟਾ A2 B1 ਵਟਾ B2 ਤੇ C1 ਵਟਾ C2 ਤਿੰਨੋਂ ਆਪਸ ਦੇ ਵਿੱਚ ਬਰਾਬਰ ਹੋਣਗੇ ਤਾਂ ਇਸ ਸਥਿਤੀ ਦੇ ਵਿੱਚ ਰੇਖਾਵਾਂ ਕੀ ਹੋਣਗੀਆਂ, ਸੰਪਾਤੀ ਹੋਣਗੀਆਂ, ਕੋਇਨਸੀਡੈਂਟ ਹੋਣਗੀਆਂ। ਤਾਂ ਹੁਣ ਆਪਾਂ ਦੇਖਦੇ ਹਾਂ ਬੇਟਾ, ਇੱਥੋਂ ਤੁਸੀਂ ਦੱਸ ਸਕਦੇ ਹੋ ਬੇਟਾ A1 ਵਟਾ A2 ਕੀ ਬਣੂਗਾ, ਸਿੱਧਾ ਹੀ ਲਿਖ ਲਾਂਗੇ ਆਪਾਂ A1 ਵਟਾ A2। ਰਾਜਪ੍ਰੀਤ ਬੋਲੋ। ਪਹਿਲੇ ਸਵਾਲ ਦੇ ਵਿੱਚ, ਇਸ ਸਵਾਲ ਦੇ ਵਿੱਚ 1/6 ਜੀ। ਹਾਂ 1 ਵਟਾ 6 ਤੇ B1 ਵਟਾ B2 7 ਵਟਾ 2 ਬਣ ਜੂਗਾ ਤੇ C1 ਵਟਾ C2 4 ਵਟੇ 5 ਬਣ ਜੂਗਾ। ਠੀਕ ਹੈ, ਇਸ ਤਰੀਕੇ ਨਾਲ ਇਹ ਸੋਲੂਸ਼ਨ ਹੋਏਗਾ ਇਹਦਾ। ਆਪਾਂ ਦੇਖਦੇ ਹਾਂ ਕਿਵੇਂ ਲਿਖਾਂਗੇ ਆਪਾਂ ਇਸ ਨੂੰ। ਹਾਂਜੀ, ਤਾਂ ਇਹ ਸਵਾਲ ਸਾਡੇ ਕੋਲ 66 ਡੇ ਦਾ ਸਵਾਲ ਨੰਬਰ A। ਤਾਂ ਸਾਡੇ ਕੋਲ A1 ਵਟਾ A2 ਰਕਮ ਸਾਡੇ ਕੋਲ ਹੈਗੀ ਹੈ ਬੇਟਾ x ਪਲੱਸ 7y ਬਰਾਬਰ 4, 6x ਪਲੱਸ 2y ਬਰਾਬਰ 5। ਤਾਂ A1 ਵਟਾ A2 1 ਵਟਾ 6 ਆ ਗਿਆ, B1 ਵਟਾ B2 7 ਵਟਾ 2, C1 ਵਟਾ C2 4 ਵਟੇ 5। ਤਾਂ ਸਾਡੇ ਕੋਲ ਤੁਹਾਨੂੰ ਦਿਖ ਰਿਹਾ ਇੱਥੋਂ ਬੇਟਾ 1 ਵਟਾ 6 ਤੇ 7 ਵਟਾ 2 ਬਰਾਬਰ ਨਹੀਂ ਹੁੰਦੇ, ਇਸ ਲਈ A1 ਵਟਾ A2 ਤੇ B1 ਵਟਾ B2 ਵੀ ਬਰਾਬਰ ਨਹੀਂ ਹੈਗੇ। ਤਾਂ ਰੇਖੀ ਸਮੀਕਰਨਾਂ ਦੇ ਗ੍ਰਾਫ ਆਪਸ ਵਿੱਚ ਕੱਟਦੇ ਹਨ। ਇੰਗਲਿਸ਼ ਵਾਲੇ ਲਿਖ ਲੈਣਗੇ ਸੋ ਦਾ ਗ੍ਰਾਫ ਆਫ ਗਿਵਨ ਪੇਅਰ ਆਫ ਲੀਨੀਅਰ ਇਕੁਏਸ਼ਨਸ ਵਿਲ ਇੰਟਰਸੈਕਟ। ਸੋ ਗ੍ਰਾਫ ਆਫ ਗਿਵਨ ਪੇਅਰ ਆਫ ਲੀਨੀਅਰ ਇਕੁਏਸ਼ਨਸ ਵਿਲ ਇੰਟਰਸੈਕਟ। ਜਦੋਂ ਵੀ ਪਹਿਲੇ ਦੋ ਅਨੁਪਾਤ ਬਰਾਬਰ ਨਹੀਂ ਹੁੰਦੇ ਤਾਂ ਗ੍ਰਾਫ ਆਪਸ ਵਿੱਚ ਕੱਟਦੇ ਹਨ ਬੇਟਾ। ਜਦੋਂ ਪਹਿਲੇ ਦੋ ਬਰਾਬਰ ਹੋਣ ਤੇ ਤੀਜਾ ਬਰਾਬਰ ਨਾ ਹੋਵੇ ਉਦੋਂ ਜਿਹੜੀਆਂ ਸਾਡੇ ਕੋਲ ਰੇਖਾਵਾਂ ਹੁੰਦੀਆਂ ਉਹ ਸਮਾਂਤਰ ਹੁੰਦੀਆਂ। ਜਦੋਂ ਤਿੰਨੋਂ ਬਰਾਬਰ ਹੋਣ ਅਨੁਪਾਤ ਫਿਰ ਰੇਖਾਵਾਂ ਸੰਪਾਤੀ ਹੁੰਦੀਆਂ, ਕੋਇਨਸੀਡੈਂਟ ਹੁੰਦੀਆਂ। ਦੂਸਰਾ ਸਵਾਲ ਦੇਖੋ 7u ਮਾਈਨਸ 2b ਬਰਾਬਰ 3, 28u ਮਾਈਨਸ 8b ਬਰਾਬਰ 7। ਇਹ ਸਵਾਲ ਸਾਡੇ ਕੋਲੇ। ਤਾਂ A1 ਵਟਾ A2 ਬਣ ਗਿਆ 7 ਵਟੇ 28, 7 ਏਕਮ 7, 7 ਚੌਕਾ 28, 1 ਵਟਾ 4। B1 ਵਟਾ B2 ਬਣ ਗਿਆ ਬੇਟਾ ਮਾਈਨਸ 2 ਵਟੇ ਮਾਈਨਸ 8। ਮਾਈਨਸ ਜ਼ਰੂਰ ਲਗਾਉਣੀ ਹੈ, ਭਾਵੇਂ ਬਾਅਦ 'ਚ ਕੱਟ ਜੇ। ਮਾਈਨਸ ਮਾਈਨਸ ਕੱਟ ਗਏ, 2 ਏਕਮ 2, 4 ਦੂਣੀ 8, ਇਹ ਵੀ ਬਣ ਗਿਆ 1 ਵਟਾ 4। C1 ਵਟਾ C2 ਇਹ ਬਣ ਗਿਆ 3 ਵਟੇ 7। ਤਾਂ ਤੁਸੀਂ ਦੇਖੋ ਬੇਟਾ 1 ਵਟਾ 4 ਤੇ 1 ਵਟਾ 4 ਤਾਂ ਬਰਾਬਰ ਹੈ, ਪਰ 3 ਵਟਾ 7 ਇਹਨਾਂ ਦੇ ਬਰਾਬਰ ਨਹੀਂ ਹੈ। ਇਸ ਲਈ A1 ਵਟਾ A2 ਬਰਾਬਰ B1 ਵਟਾ B2 ਬਰਾਬਰ ਨਹੀਂ C1 ਵਟਾ C2। ਤਾਂ ਰੇਖੀ ਸਮੀਕਰਨਾਂ ਦੇ ਗ੍ਰਾਫ ਸਮਾਂਤਰ ਹਨ। ਰੇਖੀ ਸਮੀਕਰਨਾਂ ਦੇ ਗ੍ਰਾਫ ਸਮਾਂਤਰ ਹਨ। ਇਹ ਤੁਹਾਨੂੰ ਫਾਰਮੂਲੇ ਪਹਿਲਾਂ ਜਿਹੜੀਆਂ ਵਰਕਸ਼ੀਟਾਂ ਕੀਤੀਆਂ ਨੇ ਉਹਨਾਂ ਦੇ ਵਿੱਚ ਲਿਖਵਾਏ ਹੋਏ ਹੈ। ਸੋ ਗ੍ਰਾਫ ਆਫ ਗਿਵਨ ਪੇਅਰਸ ਆਫ ਲਾਈਨਰ ਇਕੁਏਸ਼ਨਸ ਵਿਲ ਬੀ ਪੈਰਲਲ। ਸੋ ਗ੍ਰਾਫ ਆਫ ਗਿਵਨ ਪੇਅਰ ਆਫ ਲਾਈਨਰ ਇਕੁਏਸ਼ਨਸ ਵਿਲ ਬੀ ਪੈਰਲਲ। ਬੇਟਾ ਇਹ ਰਿਵੀਜ਼ਨ ਹੋ ਰਹੀ ਹੈ ਬੇਟਾ ਸਾਡੀ, ਕੋਈ ਨਵੇਂ ਸਵਾਲ ਨਹੀਂ ਹੈਗੇ। ਇਸ ਤਰ੍ਹਾਂ ਦੇ ਸਵਾਲ ਅਸੀਂ ਪਹਿਲਾਂ ਵਾਲੀਆਂ ਵਰਕਸ਼ੀਟਾਂ ਦੇ ਵਿੱਚ ਕਰਕੇ ਆਏ ਹਾਂ। ਤਾਂ ਇਹਦੇ ਨਾਲ ਦੇ ਦੇਖ ਲਓ ਵੀ ਜਿਹੜਾ ਸਾਡੇ ਕੋਲ ਹੋਮ ਅਸਾਈਨਮੈਂਟ ਹੈ ਉਹ ਕਿਸ ਤਰ੍ਹਾਂ ਦੀ ਆਈ ਹੋਈ ਹੈ। ਇਹ ਦੇਖੋ ਬੇਟਾ, ਇਹ ਤੁਸੀਂ ਆਪਣੇ ਆਪ ਕਰਨੇ 2 ਸਵਾਲ। ਤਾਂ ਆਹ 2 ਸਵਾਲ ਬੇਟਾ ਤੁਸੀਂ ਆਪਣੇ ਆਪ ਕਰ ਲੈਣੇ, ਠੀਕ ਹੈ। ਕਰ ਲਓਗੇ ਇੱਧਰਲੇ? ਹਾਂਜੀ। ਹਾਂ 3x ਪਲੱਸ 7y ਬਰਾਬਰ 1, 6x ਪਲੱਸ 14y ਬਰਾਬਰ 2। ਇੱਕ ਇਹ ਸਵਾਲ ਹੈ। ਇੱਕ ਹੈਗਾ u ਮਾਈਨਸ 2b ਬਰਾਬਰ 13, 8u ਮਾਈਨਸ 8b ਬਰਾਬਰ 7। ਤਾਂ 2 ਸਵਾਲ ਤੁਸੀਂ ਤਾਹਾਂ ਤੋਂ ਆਪਣੇ ਆਪ ਕਰਨੇ ਹੈ ਤੇ 2 ਸਵਾਲ ਤੁਸੀਂ 66 ਡੇ ਦੇ ਆਪਣੇ ਆਪ ਕਰਨੇ ਹੈ। 2 ਆਪਾਂ ਤੁਹਾਨੂੰ ਕਰਵਾਤੇ ਨੇ। ਤੇ ਇਹਦੇ ਨਾਲ ਬੇਟਾ ਥੋੜੀ ਤਿਆਰੀ ਹੋ ਜਾਊਗੀ ਮੈਥ ਦੀ, ਤੁਹਾਨੂੰ ਕੋਈ ਫਿਕਰ ਨਹੀਂ ਹੋਣੀ। ਵਧੀਆ ਤਿਆਰੀ ਹੋ ਰਹੀ ਹੈ ਮੈਥ ਦੀ? ਹਾਂਜੀ। ਤੁਹਾਡੀ ਹਰ ਰੋਜ਼ ਲਗਭਗ 1 ਦਿਨ ਛੱਡ ਕੇ ਕਲਾਸ ਲੱਗਦੀ ਹੈ। ਹਾਂਜੀ। ਬਕਾਇਦਾ ਤੁਹਾਨੂੰ ਸਮਝਾ ਕੇ ਵਧੀਆ ਤੁਹਾਨੂੰ ਵੀਡੀਓ ਵੀ ਭੇਜੀ ਜਾਂਦੀ ਹੈ,
ਰਿਟਨ ਦੇ ਵਿੱਚ ਕੁਐਸਚਨ ਵੀ ਭੇਜੇ ਜਾਂਦੇ ਆ ਤੇ ਆਨਸਰ ਵੀ ਭੇਜੇ ਜਾਂਦੇ ਆ। ਤਾਂ ਤੁਸੀਂ ਦੁਬਾਰਾ ਵੀ ਜਦੋਂ ਵੀ ਤੁਹਾਡਾ ਮਨ ਕਰੇ ਤੁਸੀਂ ਚੈਨਲ ਤੇ ਜਾ ਕੇ ਇਹਨਾਂ ਵੀਡੀਓਜ਼ ਨੂੰ ਦੇਖ ਸਕਦੇ ਹੋ। ਦੇਖਦੇ ਹੁੰਦੇ ਹੋ? ਹਾਂਜੀ। ਹਾਂਜੀ। ਹਾਂ ਬੇਟਾ ਦੇਖਿਆ ਕਰੋ ਬੇਟਾ, ਫਾਇਦਾ ਹੋਣਾ ਤੁਹਾਨੂੰ। ਤਾਂ ਸਾਡੇ ਕੋਲ ਲਾਸਟ ਡੇ ਬੇਟਾ ਅੱਜ ਦਾ ਐਕਟੀਵਿਟੀ ਦਿੱਤੀ ਹੋਈ ਹੈ। ਐਸੇ ਤਰ੍ਹਾਂ ਦੇ ਸਵਾਲ ਆਉਣਗੇ। ਹੁਣ ਸਰਕਾਰ ਨੂੰ ਪਤਾ ਹੈ ਵੀ ਬੇਟਾ ਪ੍ਰੋਪਰ ਪੜ੍ਹਾਈ ਤਾਂ ਨਹੀਂ ਹੋ ਰਹੀ, ਪਰ ਪੜ੍ਹਾਈ ਜ਼ਰੂਰ ਹੋ ਰਹੀ ਹੈ ਬੱਚਿਆਂ ਦੀ, ਤਾਂ ਥੋੜ੍ਹੇ ਸੌਖੇ ਸਵਾਲ ਪਾਉਣਗੇ ਤੁਹਾਨੂੰ। ਤਾਂ ਇਹ ਸਾਰੇ ਸੌਖੇ ਸਵਾਲ ਹੀ ਨੇ ਤੇ ਇਹ ਤੁਸੀਂ ਜ਼ਰੂਰ ਹੱਲ ਕਰ ਲੈਣੇ ਨੇ। ਗਿਵਨ ਦਾ ਲਾਈਨਰ ਇਕੁਏਸ਼ਨ x ਪਲੱਸ 3y ਬਰਾਬਰ 8, ਰਾਈਟ ਅਨਦਰ ਲਾਈਨਰ ਇਕੁਏਸ਼ਨ ਇਨ 2 variables such that geometrical representation of the pair of formed is number 1 intersecting lines, number 2 parallel lines, number 3 coincident lines। ਪੰਜਾਬੀ ਦੇ ਵਿੱਚ ਪੜ੍ਹਦੇ ਆਪਾਂ ਇਸ ਨੂੰ। ਇੱਕ ਰੇਖੀ ਸਮੀਕਰਨ x ਪਲੱਸ 3y ਬਰਾਬਰ 8 ਦਿੱਤੀ ਗਈ ਹੈ। ਦੋ ਚਲਾਂ ਵਿੱਚ ਇੱਕ ਇਸ ਤਰ੍ਹਾਂ ਦੀ ਸਮੀਕਰਨ ਲਿਖੋ। ਇੱਕ ਤਾਂ ਸਮੀਕਰਨ ਦੇਤੀ, ਇੱਕ ਸਮੀਕਰਨ ਅਸੀਂ ਆਪਣੇ ਆਪ ਲਿਖਣੀ ਹੈ। ਔਰ ਉਹਨੂੰ ਕਿਸ ਤਰੀਕੇ ਨਾਲ ਲਿਖਣਾ ਹੈ ਕਿ ਨੰਬਰ 1 ਰੇਖਾਵਾਂ ਕੱਟਵੀਆਂ ਹੋਣ, ਸਮਾਂਤਰ ਰੇਖਾਵਾਂ ਹੋਣ ਤੇ ਸੰਪਾਤੀ ਰੇਖਾਵਾਂ ਹੋਣ। ਤਾਂ ਤਿੰਨ ਸਵਾਲ ਇੱਕ ਤਰ੍ਹਾਂ ਦੇ ਇਹਦੇ ਵਿੱਚ ਪਾ ਦਿੱਤੇ ਗਏ ਨੇ। ਪਹਿਲੇ ਦੇ ਵਿੱਚ ਆਪਾਂ ਇੱਕ ਇਹੋ ਜਿਹੀ ਸਮੀਕਰਨ ਲਿਖਣੀ ਹੈ ਕਿ ਰੇਖਾਵਾਂ ਕੀ ਹੋ ਜਾਣ, ਕਾਟਵੀਆਂ। ਦੂਸਰੇ ਸਵਾਲ 'ਚ ਆਪਾਂ ਦੂਸਰੀ ਸਮੀਕਰਨ ਇਸ ਤਰੀਕੇ ਨਾਲ ਲਿਖਣੀ ਹੈ ਕਿ ਰੇਖਾਵਾਂ ਬਣ ਜਾਣ ਸਾਡੇ ਕੋਲੇ ਸਮਾਂਤਰ। ਤੇ ਤੀਸਰੇ ਦੇ ਵਿੱਚ ਸੰਪਾਤੀ। ਬੇਟਾ ਇਹਦਾ ਸੋਲੂਸ਼ਨ ਦੇਖ ਲਓ। ਇਹ ਕੋਈ ਇਹ 'ਚ ਹੋਮ ਅਸਾਈਨਮੈਂਟ ਨਹੀਂ ਹੈਗੀ, ਇਹ ਇੱਕੋ ਹੀ ਸਵਾਲ ਐਕਟੀਵਿਟੀ ਦੇ ਰੂਪ ਵਿੱਚ ਦਿੱਤਾ ਗਿਆ ਹੈਗਾ। ਤਾਂ ਤੁਸੀਂ ਬੇਟਾ ਇੱਕ ਲਿਖ ਦਿਓ। ਹਾਂਜੀ ਆਹ ਦੇਖੋ, ਪਹਿਲੇ ਸਵਾਲ ਦਾ ਆਨਸਰ ਸਾਡੇ ਕੋਲ ਆ ਜਾਏਗਾ 2x ਪਲੱਸ 4y ਬਰਾਬਰ 9। ਤੁਸੀਂ ਦੇਖੋ ਇੱਥੋਂ a1 ਵਟਾ a2 ਤੇ b1 ਵਟਾ b2 ਬਰਾਬਰ ਨਹੀਂ ਹੈਗੇ। ਫਿਰ ਦੂਸਰੇ ਸਵਾਲ ਦਾ ਆਨਸਰ ਲਿਖ ਦਾਂਗੇ 2x ਪਲੱਸ 6y ਬਰਾਬਰ 9, ਕਿਉਂਕਿ ਇਸ ਸਮੀਕਰਨ ਦੇ ਨਾਲ a1 ਵਟਾ a2 ਤੇ b1 ਵਟਾ b2 ਬਰਾਬਰ ਹੈ, ਪਰ c1 ਵਟਾ c2 ਬਰਾਬਰ ਨਹੀਂ ਹੈ। ਅੱਗੇ ਤੀਸਰਾ ਸਵਾਲ ਹੈ, ਇਹਦੇ ਵਿੱਚ ਤੁਸੀਂ ਲਿਖ ਦੋਗੇ ਆਨਸਰ 2x ਪਲੱਸ 6y ਬਰਾਬਰ 24। ਤੁਸੀਂ ਦੇਖੋਗੇ ਇਹਦੇ ਵਿੱਚ ਕਿ a1 ਵਟਾ a2, b1 ਵਟਾ b2 ਤੇ c1 ਵਟਾ c2 ਤਿੰਨੋਂ ਆਪਸ ਦੇ ਵਿੱਚ ਬਰਾਬਰ ਹੈ। ਤਾਂ ਇਹਦੇ ਨਾਲ ਬੇਟਾ ਸਾਡਾ ਕੰਮ ਖਤਮ ਹੋਇਆ ਅੱਜ ਦੀ ਕਲਾਸ। ਤੇ ਤੁਸੀਂ ਇਹ ਬੇਟਾ ਅੱਜ ਅਸੀਂ ਕਰ ਲਏ 2 ਤੇ 2 4, 4 ਤੇ 1 5, 5 ਸਵਾਲ ਤੁਹਾਨੂੰ ਕਰਾਏ ਗਏ ਹੈ ਤੇ 4 ਸਵਾਲ ਤੁਹਾਨੂੰ ਹੋਮ ਅਸਾਈਨਮੈਂਟ ਦੇ ਰੂਪ ਵਿੱਚ ਦਿੱਤੇ ਗਏ ਨੇ। ਅੱਜ ਬੇਟਾ ਤੁਸੀਂ ਉਹੀ ਕੰਮ ਕਰ ਲਿਆ ਕਰੋ ਕਿ ਜਿਹੜਾ ਤੁਹਾਨੂੰ ਕਰਵਾਇਆ ਗਿਆ ਹੈ। ਜਿਵੇਂ ਅੱਜ ਤੁਹਾਨੂੰ 5 ਸਵਾਲ ਕਰਵਾਏ, ਅੱਜ 5 ਸਵਾਲ ਕੀਤੇ। ਹੁਣ ਕੱਲ੍ਹ ਨੂੰ ਕਲਾਸ ਨਹੀਂ ਲੱਗਣੀ ਤਾਂ ਕੱਲ੍ਹ ਨੂੰ ਜਿਹੜੇ ਹੈਗੇ ਨੇ ਹੋਮ ਅਸਾਈਨਮੈਂਟ ਦੇ 4 ਸਵਾਲ ਕਰ ਲਿਓ। ਤੇ ਇਸ ਤਰੀਕੇ ਨਾਲ ਤੁਹਾਡਾ ਜਿਹੜਾ ਸਾਰਾ ਕੰਮ ਆ ਉਹ ਹੁੰਦਾ ਰਹੇਗਾ। ਠੀਕ ਹੈ ਬੇਟਾ, ਹੁਣ ਤੁਸੀਂ ਕਲਾਸ ਲੀਵ ਕਰ ਸਕਦੇ ਹੋ। ਅੱਜ ਦੀ ਕਲਾਸ ਖਤਮ ਹੁੰਦੀ ਹੈ। ਠੀਕ ਹੈ ਜੀ।